ਸਭ ਨੂੰ ਜੈ ਮਸੀਹ ਦੀ। ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੀ ਹਾਂ ਜੋ ਪਰਮੇਸ਼ਰ ਨੇ ਸਾਨੂੰ ਬਹੁਤ ਵੱਡੀ ਮੁਸੀਬਤ ਤੋਂ ਬਚਾਇਆ। ਮੈਂ ਤੁਹਾਨੂੰ ਅੱਜ ਜੋ ਆਪਣੀ ਜ਼ਿੰਦਗੀ ਦੀ ਗਵਾਹੀ ਦੇਣ ਜਾ ਰਹੀ ਹਾਂ, ਜੋ ਪਰਮੇਸ਼ਰ ਨੇ ਕਿਸ ਤਰ੍ਹਾਂ ਸਾਨੂੰ 8 ਤਰੀਕ ਰਾਤ ਨੂੰ 12:30 ਵਜੇ ਤੋਂ ਲੈ ਕੇ ਪੌਣੇ 1 ਵਜੇ ਤੱਕ ਜੋ ਮਤਲਬ ਘਰ ਦੇ ਵਿੱਚ ਚੋਰ ਆਏ ਕਿ ਕਿਸ ਤਰ੍ਹਾਂ ਪ੍ਰਭੂ ਨੇ ਉਹਨਾਂ ਚੋਰਾਂ ਤੋਂ ਸਾਨੂੰ ਬਚਾਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਜਿਸ ਜਗ੍ਹਾ 'ਤੇ ਮੈਂ ਰਹਿ ਰਹੀ ਹਾਂ ਉੱਥੇ 5 ਪਰਿਵਾਰ ਰਹਿ ਰਹੇ, ਯਾਨੀ ਬਹੁਤ ਵੱਡਾ ਘਰ ਹੈ ਜਿੱਥੇ 5 ਪਰਿਵਾਰ ਰਹਿ ਰਹੇ ਜਿਨ੍ਹਾਂ ਇੱਥੇ ਮੈਂ ਕਮਰਾ ਲਿਆ ਹੋਇਆ। ਕੀ ਹੋਇਆ ਕਿ 12 ਵਜੇ ਰਾਤ ਨੂੰ 12 ਵਜੇ ਮੈਂ ਪ੍ਰਾਰਥਨਾ ਕਰਕੇ ਯਾਨੀ ਕਿ ਮੈਂ ਪ੍ਰਾਰਥਨਾ ਕਰਕੇ ਲੇਟ ਗਈ ਤਾਂ ਕੀ ਵੇਖਦੀ ਹਾਂ ਮੈਨੂੰ ਇੱਕਦਮ ਅਚਾਨਕ ਜਿੱਦਾਂ ਮੇਰੇ ਅੰਦਰੋਂ ਆਵਾਜ਼ ਆਈ ਕਿ ਉੱਠ, ਪ੍ਰਭੂ ਦਾ ਬਲੱਡ ਲੈ, ਪ੍ਰਭੂ ਦਾ ਮਸਾ ਕੀਤਾ ਔਰ ਲੈ ਅਤੇ ਪੂਰੇ ਕਮਰੇ ਨੂੰ ਆਪਣੇ ਨੂੰ ਮਤਲਬ ਨੂੰ ਕਵਰ ਕਰ, ਆਪਣੇ ਬੱਚੇ ਨੂੰ, ਆਪਣੇ ਪਤੀ ਨੂੰ, ਆਪਣੇ ਆਪ ਨੂੰ ਕਵਰ ਕਰ, ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਕਵਰ ਕਰ। ਅਤੇ ਮੈਂ ਅਚਾਨਕ ਇੱਕਦਮ ਉੱਠੀ ਅਤੇ ਮੈਂ ਉਹ ਤੇਲ, ਪ੍ਰਭੂ ਦਾ ਜਿਹੜਾ ਬਲੱਡ ਸੀ, ਜੋ ਪ੍ਰਭੂ ਨੇ ਸਾਨੂੰ, ਪ੍ਰਭੂ ਦੇ ਦਾਸ ਨੇ ਜੋ ਤੇਲ, ਜੋ ਪ੍ਰਭੂ ਦੇ ਤੇਲ ਦੇ ਰੂਪ 'ਚ ਜੋ ਸਾਨੂੰ ਬਲੱਡ ਦਿੱਤਾ ਗਿਆ ਯਿਸੂ ਮਸੀਹ ਦਾ, ਉਹ ਸੀ ਬਲੱਡ। ਉਹ ਬਲੱਡ ਲਿਆ ਅਤੇ ਮੈਂ ਉਸ ਬਲੱਡ ਨੂੰ ਕੀ ਕੀਤਾ, ਆਪਣੇ ਸਾਰੇ ਘਰ ਨੂੰ ਕਮਰੇ ਨੂੰ ਕਵਰ ਕੀਤਾ, ਆਪਣੇ ਬੱਚੇ 'ਤੇ ਲਾਇਆ, ਆਪਣੇ ਪਤੀ 'ਤੇ ਲਾਇਆ ਔਰ ਆਪਣੇ ਆਪ ਨੂੰ ਆਪਣੇ ਬੈੱਡ 'ਤੇ ਲਾਇਆ ਔਰ ਘਰ ਦੀ ਹਰ ਇੱਕ ਚੀਜ਼ ਨੂੰ ਲਾਇਆ। ਤਾਂ ਬਾਹਰ ਵੀ ਮੈਂ ਆਪਣੇ ਦਰਵਾਜ਼ੇ 'ਤੇ ਜਾਣੇ ਉੱਪਰ ਕਰੋਸ ਕਰ ਦਿੱਤਾ। ਫਿਰ ਮੈਂ ਐਕਟੀਵਾ 'ਤੇ ਵੀ ਲਾ ਤਾ ਤਾਂ ਫਿਰ ਮੈਂ ਜਾ ਕੇ ਲੇਟ ਗਈ। ਕੀ ਦੇਖਣ ਦੀ ਮੈਂ ਜਿੱਦਾਂ ਮੈਂ ਜੇ ਸੁੱਤੀ ਨਹੀਂ, ਜਦੋਂ ਮੈਨੂੰ ਮਤਲਬ ਦਰਸ਼ਨ ਦੇ ਵਿੱਚ ਜਿਹੜਾ ਮੇਰਾ ਆਤਮਾ ਜਿਹੜਾ ਉੱਪਰ ਚਲਾ ਗਿਆ, ਤਾਂ ਮੈਂ ਦੇਖਣ ਦੀ ਕਿ ਮੈਂ ਜਰੂਸ਼ਲਮ ਦੇਖਣ ਦੀ, ਜਰੂਸ਼ਲਮ ਦੇ ਆਲੇ ਦੁਆਲੇ ਬਹੁਤ ਵੱਡੇ ਅੱਗ ਦੇ ਗੋਲੇ ਘੁੰਮਦੇ ਦੇਖੇ ਮੈਂ। ਤਾਂ ਮੈਂ ਦੇਖੀ ਜਾਂਦੀ ਅਤੇ ਇੱਕ ਬੰਦਾ ਮੈਨੂੰ ਕੁਛ ਸਮਝਾ ਰਿਹਾ, ਪਰ ਉਹਦੀ ਮੈਨੂੰ ਸਮਝ ਨਹੀਂ ਆਉਂਦੀ ਕੀ ਰਿਹਾ, ਪਰ ਇੰਨਾ ਪਤਾ ਕਿ ਮੈਨੂੰ ਕੁਛ ਸਮਝਾ ਰਿਹਾ, ਜਿੱਦਾਂ ਮੈਂ ਉਸ ਗੱਲ ਨੂੰ ਸਮਝ ਰਹੀ ਹਾਂ, ਜਿੱਦਾਂ ਉਹਨਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣ ਰਹੀ ਹਾਂ। ਅਤੇ ਜਦੋਂ ਅਚਾਨਕ ਇੱਕਦਮ ਮੇਰੀ ਜਿੱਦਾਂ ਅੱਖ ਜਿਹੀ ਖੁੱਲ੍ਹੀ, ਜਿੱਦਾਂ ਮੰਨ ਲਓ ਮੇਰੀ ਰੋਇਆ ਦੇ ਵਿੱਚੋਂ ਬਾਹਰ ਦਰਸ਼ਨ ਤੋਂ ਬਾਹਰ ਆਈ, ਅਤੇ ਮੈਂ ਆਪਣੇ ਪਤੀ ਨੂੰ ਆਵਾਜ਼ ਦਿੱਤੀ ਕਿ ਤੁਸੀਂ ਸੌਂ ਗਏ ਹੋ? ਕਹਿੰਦੇ ਹਾਂ ਕੀ ਹੈ? ਮੈਂ ਕਿਹਾ ਮੈਂ ਤਾਂ ਦਰਸ਼ਨ ਹੀ ਬੜਾ ਅਜੀਬ ਜਿਹਾ ਦੇਖਿਆ ਦਰਸ਼ਨ। ਮੈਂ ਜਰੂਸ਼ਲਮ ਦੇਖਿਆ, ਮੈਂ ਉਹਦੇ ਦੁਆਲੇ ਅੱਗ ਦੇਖੀ। ਤਾਂ ਫਿਰ ਜਦੋਂ ਮੈਂ ਫਿਰ ਅੱਖਾਂ ਬੰਦ, ਕਿਉਂਕਿ ਮੈਨੂੰ ਸਮਝ ਨਹੀਂ ਆਈ ਉਹਦਾ ਮਤਲਬ ਕੀ ਹੈ। ਜਦੋਂ ਉੱਦਾਂ ਬੜੀ ਖੁਸ਼ ਸੀ ਕਿ ਹਾਂ ਮੈਨੂੰ ਪਰਮੇਸ਼ਰ ਨੇ ਮਤਲਬ ਜਰੂਸ਼ਲਮ ਮੈਂ ਦੇਖ ਕੇ ਆਈ ਹਾਂ, ਅਤੇ ਮੈਂ ਫਿਰ ਜਿੱਦਾਂ ਮੈਂ ਉੱਤੇ ਫੇਰ ਪੈ ਗਈ, ਜਿੱਦਾਂ ਅੱਖ ਲੱਗ ਗਈ ਮੇਰੀ। ਹਜੇ ਜਿੱਦਾਂ ਮੈਂ ਇਹ ਗੱਲ ਕਰਕੇ ਪਈ ਹਾਂ ਅਤੇ ਬਾਹਰੋਂ ਆਵਾਜ਼ ਆਉਣੀ ਸ਼ੁਰੂ ਹੋ ਗਈ, ਚੋਰ ਆ ਗਏ। ਅਤੇ ਜਦੋਂ ਮੈਂ ਇੱਕਦਮ ਬਾਹਰ ਨਿਕਲੀ, ਜਦੋਂ ਦੇਖਿਆ ਤਾਂ ਜਿੰਨੇ ਲੋਕ ਉਸ ਵਿਹੜੇ 'ਚ, ਜਿੰਨੇ ਲੋਕ ਪਰਿਵਾਰ ਰਹੇ ਸਾਰੇ ਬਾਹਰ ਖੜ੍ਹੇ ਸੀ, ਰੌਲਾ ਪਾ ਰਹੇ ਸੀ ਕਿ ਚੋਰ ਸਮਾਨ ਚੁੱਕ ਕੇ ਲੈ ਗਏ, ਸਾਡੇ ਫੋਨ ਚੱਕ ਕੇ ਲੈ ਗਏ। ਮੈਂ ਫਟਾਫਟ ਪਿੱਛੇ ਨੂੰ ਦੌੜੀ, ਮੈਂ ਆਪਣੇ ਪਤੀ ਨੂੰ ਉਠਾ ਲਿਆ ਕਿ ਉੱਠੋ ਜਲਦੀ, ਚੋਰ ਆ ਗਏ। ਮੈਂ ਵੀ ਆਪਣੇ ਜਿੰਨੇ ਮੇਰੇ 3 ਮਤਲਬ ਫੋਨ ਸੀ ਸਾਡੇ, ਮੈਂ ਅਜੇ ਇੱਕ ਨਵਾਂ ਹੀ ਫੋਨ ਪ੍ਰਭੂ ਨੇ ਮੈਨੂੰ ਬਲੈਸ ਕੀਤਾ ਫੋਨ ਦੇ ਨਾਲ, ਵਧੀਆ ਫੋਨ ਪ੍ਰਭੂ ਨੇ ਮੈਨੂੰ ਲੈ ਕੇ ਦਿੱਤਾ ਆਪਣੀ ਮਹਿਮਾ ਲਈ। ਅਤੇ ਉਹ ਜਦੋਂ ਮੈਂ ਸਾਡੇ 3 ਫੋਨ ਉੱਥੇ ਪਏ ਸੀ, ਅਤੇ ਮੈਂ ਮਤਲਬ ਦੇਖਿਆ ਕਿ ਸਾਡੇ ਫੋਨ ਬਿਲਕੁਲ ਸੇਫ ਆ, ਮਤਲਬ ਸਾਡੀ ਕੋਈ ਚੀਜ਼ ਨਹੀਂ ਚੁਰਾਈ। ਅਤੇ ਅਸੀਂ ਇੰਨੇ ਹੈਰਾਨ ਹੁੰਦੇ ਸੀ ਕਿ ਉਹ ਹਰ ਕਮਰੇ ਦੇ ਵਿੱਚੋਂ ਕੁਛ ਨਾ ਕੁਛ ਚੁਰਾ ਕੇ ਲੈ ਗਏ, ਪਰ ਸਾਡੇ ਕਮਰੇ ਵਿੱਚ, ਮੇਰੇ ਕਮਰੇ ਤੱਕ ਨਹੀਂ ਉਹ ਆ ਸਕੇ। ਔਰ ਫਿਰ ਮੈਨੂੰ ਉਹ ਚੇਤਾ ਆਇਆ ਕਿ ਮੈਨੂੰ ਪਰਮੇਸ਼ਰ ਨੇ ਕਿਉਂ, ਪ੍ਰਭੂ ਦੀ ਆਤਮਾ ਨੇ ਕਿਹਾ ਸੀ ਵੀ ਉੱਠੋ, ਪ੍ਰਭੂ ਦਾ ਬਲੱਡ ਲੈ ਤਾਂ ਤੂੰ ਆਪਣੇ ਕਮਰੇ ਨੂੰ ਕਵਰ ਕਰ ਅਤੇ ਆਪਣੇ ਬੱਚੇ ਨੂੰ, ਆਪਣੇ ਪਤੀ ਨੂੰ। ਮੈਨੂੰ ਚੇਤਾ ਆਇਆ ਕਿ ਉਸ ਪ੍ਰਭੂ ਦੇ ਬਲੱਡ ਨੇ ਸਾਨੂੰ ਬਚਾਇਆ। ਜਿਸ ਵੇਲੇ ਉਹ ਜਿਹੜਾ ਦਰਸ਼ਨ ਮੈਂ ਦੇਖ ਰਹੀ ਸੀ, ਉਹ ਸੁਪਨਾ ਪ੍ਰਭੂ ਨੇ ਮੈਨੂੰ ਦਰਸ਼ਨ ਦੇ ਵਿੱਚ ਪ੍ਰਭੂ ਜਰੂਸ਼ਲਮ ਦਿਖਾ ਰਿਹਾ ਸੀ, ਉਹ ਅੱਗ ਦਿਖਾ ਰਿਹਾ ਸੀ ਅਤੇ ਉਹ ਗੱਲ ਕਰ ਰਹੇ ਸੀ। ਉਸ ਵੇਲੇ ਮੈਨੂੰ ਇਹ ਨਹੀਂ ਸੀ ਪਤਾ ਕਿ ਉਸ ਵੇਲੇ ਉਹ ਜਿਹੜੇ ਚੋਰ ਉੱਧਰ ਚੋਰੀ ਕਰ ਰਹੇ ਸੀ, ਉਹਨਾਂ ਦੇ ਘਰ ਦੇ, ਉਹਨਾਂ ਦੇ ਕਮਰੇ ਦੇ ਵਿੱਚ ਉਹ ਰੀਝਾਂ ਦੇ ਨਾਲ ਸਮਾਨ ਕੱਢ ਰਹੇ ਸੀ, ਲੇਕਿਨ ਉਹ ਸਾਡੇ ਕਮਰੇ ਤੱਕ ਨਹੀਂ ਆਏ। ਪ੍ਰਭੂ ਨੇ ਮੈਨੂੰ ਮਤਲਬ ਇਹ ਪ੍ਰਭੂ ਨੇ ਦਿਖਾਇਆ ਕਿ ਦੇਖ ਵੀ ਮੇਰੇ ਦੂਤ ਤੇਰੇ ਘਰ ਦੇ ਆਲੇ ਦੁਆਲੇ ਆ, ਕਿਉਂਕਿ ਵਚਨ ਚਲੇ ਗਿਆ ਜਦੋਂ ਅਸੀਂ 127 ਜ਼ਬੂਰ ਦੀ ਇੱਕ ਪਦ ਵਿੱਚ ਕਹਿੰਦਾ, ਜਦੋਂ ਯਹੋਵਾ ਹੀ ਘਰ ਦੀ ਰਾਖੀ ਨਾ ਕਰੇ, ਉਹ ਪ੍ਰਭੂ ਹੀ ਸ਼ਹਿਰ ਦੀ ਰਾਖੀ ਨਾ ਕਰੇ, ਤਾਂ ਰਾਖੇ ਦਾ ਜਿਹੜਾ ਜਾਗਣਾ ਵਿਅਰਥ ਆ। ਯਾਨੀ ਕਿ ਪਰਮੇਸ਼ਰ ਨੇ ਵਚਨ ਮੇਰੀ ਜ਼ਿੰਦਗੀ 'ਚ ਪੂਰਾ ਕੀਤਾ ਕਿ ਪਰਮੇਸ਼ਰ ਨੇ ਸਾਡੇ ਘਰ ਦੀ ਰਕਸ਼ਾ ਕੀਤੀ। ਪ੍ਰਭੂ ਨੇ ਦਿਖਾਇਆ ਕਿ ਦੇਖ ਮੇਰੇ ਦੂਤ ਤੁਹਾਡੇ ਨਾਲ ਹੈ, ਮੈਂ ਤੁਹਾਡੀ ਰਕਸ਼ਾ ਕਰੂੰਗਾ। ਉਹ ਚੋਰ ਜੇ ਉਹਨਾਂ ਦੇ ਕਮਰੇ ਦੇ ਵਿੱਚ ਵੜ ਕੇ, ਕਿਉਂਕਿ ਸਭ ਗਰਮੀ ਦਾ ਸਮਾਂ, ਸਾਰੇ ਲੋਕ ਕਮਰਿਆਂ ਦੇ ਦਰਵਾਜ਼ੇ ਖੋਲ੍ਹ ਕਰਕੇ ਸੌਂਦੇ, ਸਾਡਾ ਵੀ ਦਰਵਾਜ਼ਾ ਖੁੱਲ੍ਹਾ ਹੀ ਸੀ। ਉਹ ਜੇ ਉਹਨਾਂ ਦੇ ਕਮਰੇ ਵਿੱਚ ਜਾ ਸਕਦੇ ਸੀ ਤਾਂ ਸਾਡੇ ਕਮਰੇ ਵਿੱਚ ਵੀ ਆ ਸਕਦੇ ਸੀ, ਲੇਕਿਨ ਪਰਮੇਸ਼ਰ ਦੇ ਦੂਤ ਸੀ ਜਿਨ੍ਹਾਂ ਨੇ ਉਹਨਾਂ ਨੂੰ ਮੇਰੇ ਕਮਰੇ ਵਿੱਚ ਆਉਣ ਨਹੀਂ ਦਿੱਤਾ। ਮੈਂ ਇੰਨਾ ਪ੍ਰਭੂ ਦਾ ਧੰਨਵਾਦ ਕਰਦੀ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਉਸ ਵੱਡੀ ਮੁਸੀਬਤ ਤੋਂ, ਵੱਡੇ ਨੁਕਸਾਨ ਤੋਂ ਬਚਾਇਆ। ਹੋ ਸਕਦਾ ਜੋ ਸਾਡੇ ਕਮਰੇ 'ਚ ਆਉਂਦੇ, ਜੇ ਅਸੀਂ ਦੇਖ ਲੈਂਦੇ, ਉਹ ਕੁਛ ਮਾਰ ਵੀ ਸਕਦੇ ਸੀ, ਲੇਕਿਨ ਪਰਮੇਸ਼ਰ ਨੇ ਆਪਣੇ ਦੂਤਾਂ ਦੀ ਵਾੜ ਲਾਈ ਹੋਈ ਸੀ। ਯਾਨੀ ਕਿ ਮੈਂ ਖੁਦਾ ਦਾ ਇੰਨਾ ਧੰਨਵਾਦ ਕਰਦੀ ਜੋ ਪਰਮੇਸ਼ਰ ਨੇ ਸਾਨੂੰ ਉਸ ਵੱਡੀ ਮਤਲਬ ਉਸ ਮੁਸੀਬਤ 'ਚੋਂ ਕੱਢਿਆ। ਔਰ ਉਹ ਜਿਹੜਾ ਆਇਲ ਆ, ਜਿਹੜਾ ਅਸੀਂ ਲੋਕ ਉਹਨੂੰ ਇੱਕ ਆਮ ਜਿਹਾ ਆਇਲ ਸਮਝਦੇ, ਲੇਕਿਨ ਅਸੀਂ ਉਹਨੂੰ ਪ੍ਰਭੂ ਦਾ ਬਲੱਡ ਸਮਝ ਕੇ ਲਾਉਂਦੇ ਹਾਂ, ਕਿਉਂਕਿ ਸਾਡੇ ਲਈ ਉਹ ਬਲੱਡ ਆ ਜੋ ਪ੍ਰਭੂ ਦੇ ਦਾਸ ਦੇ ਦੁਆਰਾ ਮਸਾ ਕੀਤਾ ਜਾਂਦਾ, ਜਿਹਦੇ ਵਿੱਚ ਪ੍ਰਭੂ ਦੇ ਦਾਸ ਨੇ ਜੋ ਪ੍ਰਭੂ ਦੇ ਵਚਨ ਮਿਲਾਏ ਹੁੰਦੇ ਆ, ਉਹ ਵਚਨ ਸਾਨੂੰ ਛੂਹ ਕੇ ਚੰਗਾ ਕਰਦਾ। ਕਿਉਂਕਿ ਵਚਨ 'ਚ ਲਿਖਿਆ, ਜਦੋਂ 107 ਜ਼ਬੂਰ 20 ਪੜ੍ਹਦੇ, ਕਹਿੰਦਾ ਮੈਂ ਆਪਣਾ ਵਚਨ ਘੱਲ ਕੇ ਚੰਗਾ ਕਰੂੰਗਾ ਅਤੇ ਆਉਣ ਵਾਲੀ ਤਬਾਹੀ ਤੋਂ ਬਚਾਊਂਗਾ। ਕਿਉਂਕਿ ਉਸ ਬਲੱਡ, ਉਸ ਤੇਲ ਦੇ ਵਿੱਚ ਪ੍ਰਭੂ ਦੇ ਵਚਨ ਸੀ, ਉਹ ਮਸਾ ਸੀ, ਅਤੇ ਪ੍ਰਭੂ ਦਾ ਜਿਹੜਾ ਉਸ ਤੇਲ ਨੇ ਸਾਨੂੰ ਬਚਾਇਆ, ਸਾਡੀ ਰਕਸ਼ਾ ਕੀਤੀ। ਮੈਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੀ ਇਸ ਵੱਡੀ ਗਵਾਹੀ ਲਈ ਜੋ ਖੁਦਾ ਨੇ ਸਾਨੂੰ ਉਸ ਵੱਡੀ ਮੁਸੀਬਤ 'ਚੋਂ ਕੱਢਿਆ। ਫਿਰ ਦੂਏ ਦਿਨ ਮੈਂ ਵੀਰਵਾਰ 'ਤੇ ਚਰਚ ਆਉਣਾ ਸੀ, ਅਤੇ ਮੈਂ ਜਦੋਂ ਚੋਰੀ ਕਰਕੇ ਚਲੇ ਗਈ, ਤਾਂ ਇਹਨਾਂ ਨੇ ਪੁਲਿਸ ਨੂੰ ਬੁਲਾ ਲਿਆ। ਅਤੇ ਜਿਨ੍ਹਾਂ ਦੇ ਘਰ ਸਮਾਨ ਚੁਰਾਇਆ ਗਿਆ ਸੀ, ਉਹ ਇੱਕ ਬੰਦਾ ਉਸ ਘਰ 'ਚ ਰਹਿ ਰਿਹਾ, ਉੱਤੇ ਸਾਰਿਆਂ ਨੂੰ ਸ਼ੱਕ ਸੀ ਵੀ ਸ਼ਾਇਦ ਇਹਨੇ
ਇਹਨੇ ਸਾਰਾ ਕੁਝ ਚਰਾਇਆ, ਮਤਲਬ ਵੀ ਇੱਦਾਂ ਕਿੱਦਾਂ ਬਾਹਰੋਂ ਮਤਲਬ ਇੱਕਦਮ ਬੰਦਾ ਜਿਹੜਾ ਚੋਰੀ ਕਰਕੇ ਜਾਨੀ ਕੋਈ 10-15-20 ਮਿੰਟਾਂ ਦੇ ਵਿੱਚ ਹੀ ਜਦੋਂ ਸਾਰਾ ਕੁਝ ਹੋਇਆ। ਤੇ ਹਜੇ ਮਤਲਬ ਕੁਝ ਲੋਕ ਹੋ ਸਕਦਾ ਜਾਗਦੇ ਹੁਣ 12:30 ਵਜੇ ਤੱਕ ਕਈ ਲੋਕ ਜਾਗਦੇ ਰਹਿੰਦੇ, ਪਰ ਉਸ ਵੇਲੇ ਇੱਦਾਂ ਫੀਲ ਹੁੰਦਾ ਸੀ ਵੀ ਇੱਦਾਂ ਕਿੱਦਾਂ ਹੋ ਸਕਦਾ ਇੱਕਦਮ ਬੰਦਾ ਚੋਰੀ ਕਰਕੇ ਤੇ ਕਿੱਦਾਂ ਭੱਜ ਸਕਦਾ ਨਾ। ਤੋ ਮੈਂ 3:30 ਵਜੇ ਮੈਂ ਪ੍ਰਾਰਥਨਾ 'ਚ ਬੈਠੀ, ਮੈਂ ਪ੍ਰਭੂ ਨੂੰ ਕਿਹਾ, ਪ੍ਰਭੂ ਕਿ ਜਿਹੜਾ ਚੋਰ ਹੈ ਅਸਲੀ ਆ ਉਹੀ ਫੜਿਆ ਜਾਵੇ, ਕੋਈ ਕਿਸੇ ਨੂੰ ਜਾਇਜ਼ ਬੰਦੇ 'ਤੇ ਨਾ ਦੋਸ਼ ਲਾਇਆ ਜਾਵੇ। ਤਾਂ ਪ੍ਰਭੂ ਨੇ ਮੇਰੀ ਇਹ ਵੀ ਪ੍ਰਾਰਥਨਾ ਸੁਣੀ। ਮੈਂ ਵੀਰਵਾਰ ਨੂੰ ਜਦੋਂ ਚਰਚ ਵਿੱਚ ਆਈ ਹਾਂ ਤਾਂ ਮੈਂ ਪ੍ਰਾਰਥਨਾ ਇਹੀ ਕਰਦੀ ਸੀ, ਪਰਮੇਸ਼ਰ ਤੂੰ ਹੀ ਉਸ ਮਤਲਬ ਜਿਹੜਾ ਉਹਨਾਂ ਦਾ ਨੁਕਸਾਨ ਹੈ ਤੂੰ ਹੀ ਭਰਨਾ ਆ। ਅਤੇ ਉਹ ਕੀ ਹੋਇਆ ਕਿ ਭੈਣ ਦਾ ਪਿੱਛੋਂ ਇੱਥੋਂ ਹੀ ਫੋਨ ਗਿਆ ਕਿ ਉਹ ਚੋਰ ਫੜੇ ਗਿਆ। ਪਰ ਪਰਮੇਸ਼ਰ ਨੇ ਐਡਾ ਵੱਡਾ ਚਮਤਕਾਰ ਕੀਤਾ ਕਿ ਉਹਨਾਂ ਦੇ ਜਿਹਨਾਂ ਦਾ ਸਮਾਨ ਉਹ ਚੁਰਾ ਕੇ ਲਗੇ ਸੀ, ਸਮਾਨ ਵੀ ਵਾਪਸ ਮਿਲ ਗਿਆ ਅਤੇ ਪ੍ਰਭੂ ਨੇ ਸਾਨੂੰ ਵੱਡੀ ਮੁਸੀਬਤ ਤੋਂ ਵੀ ਬਚਾ ਲਿਆ। ਅਸੀਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਇਸ ਵੱਡੀ ਅਗਵਾਈ ਲਈ। ਔਰ ਮੈਂ ਪ੍ਰਭੂ ਦੇ ਦਾਸ ਆਪਣੇ ਆਤਮਿਕ ਪਿਤਾ ਪਾਸਟਰ ਅੰਕਲ ਨਰੂਲਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ।